ਆਉਣ ਵਾਲੀ 8 ਨਵੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਜਾ ਰਹੇ ਹਾਂ। ਕਿਸਾਨਾਂ ਦੇ ਨਾਲ ਮਿਲ ਕੇ ਹਮੇਸ਼ਾ ਮੰਗ ਕਰਦੀ ਆ ਰਹੀ ਕਿ ਇਹਨਾਂ ਨੂੰ ਰੱਦ ਕੀਤਾ ਜਾਵੇ। ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਛੇਤੀ ਨਿਪਟਾਰਾ ਕੀਤਾ ਜਾਵੇ, ਇਹਨਾਂ ਨੂੰ ਰੱਦ ਕੀਤਾ ਜਾਵੇ। ਇਹਨਾਂ ਨੂੰ ਰੱਦ ਕਰਾਂਗੇ। 8 ਤਰੀਕ ਤੱਕ ਸਾਡੀ ਮੰਗ ਹੈ ਕਿ ਇਹਨਾਂ ਨੂੰ ਰੱਦ ਕਰ ਦਿੱਤਾ ਜਾਵੇ। BSF ਦਾ ਦਾਇਰਾ 15 ਤੋਂ 50 ਕਰ ਦਿੱਤਾ ਗਿਆ ਹੈ, ਜਿਹੜਾ ਕਿ ਅਸੀਂ ਸਮਝਦੇ ਸਾਡੇ ਪੰਜਾਬ ਦੇ ਹੱਕਾਂ ਤੇ ਖਤਰਾ ਹੈ। ਇਸ ਤਰ੍ਹਾਂ ਦੀ ਗਤੀਵਿਧੀਆਂ 'ਚ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾ ਪਾਵੇ। ਪੁਲਿਸ ਕਿਸੇ ਤਰ੍ਹਾਂ ਉਹਨਾਂ ਦੇ ਕੰਮ 'ਚ ਇੰਟਰਫੀਅਰ ਨਾ ਕਰੇ। ਟੈਕਸੇਸ਼ਨ ਵਾਲੇ ਅਨਨੈਸੈਸਰੀ ਤੰਗ ਨਾ ਕਰੇ। ਕੋਈ ਦੁਕਾਨਦਾਰ ਆਪਣੇ ਬਾਹਰ ਪਟਾਕੇ ਵੇਚਣਾ ਚਾਹੁੰਦਾ, ਉਹਨੂੰ ਵੇਚਣ ਦਿਓ। ਕਿਸ ਤਰੀਕੇ ਦੇ ਨਾਲ ਜ਼ਰੂਰਤ ਹੁੰਦੀ ਹੈ ਇੱਕ ਦੁਕਾਨਦਾਰ ਨੂੰ ਦੀਵਾਲੀ ਦੇ ਉੱਪਰ, ਦੀਵਾਲੀ ਦਾ ਮੌਕਾ ਹੁੰਦਾ 4 ਪੈਸੇ ਕਮਾਉਣ ਦਾ। ਮੈਂ ਆਪ ਆਪਣੇ ਦੁਕਾਨ ਦੇ ਮੂਹਰੇ ਮੰਜਾ ਲਾ ਕੇ ਪਟਾਕੇ ਵੇਚਦਾ। ਮੈਂ ਆਪ ਆਪਣੀ ਦੁਕਾਨ ਦੇ ਮੂਹਰੇ ਖੇਲਾਂ ਵੇਚੀਆਂ। ਸੋ ਅੱਜ ਦੁਕਾਨਦਾਰ, ਜੇ ਅਸੀਂ ਸਰਕਾਰ ਵਿੱਚ ਹੈ ਤਾਂ ਦੁਕਾਨਦਾਰ ਤੰਗ ਨਹੀਂ ਹੋਣਾ ਚਾਹੀਦਾ। ਮੈਂ ਵੀ ਦੁਕਾਨਦਾਰ ਹਾਂ। ਸਾਰੇ ਪੱਤਰਕਾਰ ਸਾਹਿਬਾਨ ਦਾ ਸਵਾਗਤ ਹੈ, ਜੀ ਆਇਆਂ ਨੂੰ। ਅੱਜ ਕੈਬਨਿਟ ਵਿਸ਼ੇਸ਼ ਤੌਰ ਤੇ ਲੁਧਿਆਣਾ ਦੇ ਵਿੱਚ ਰੱਖੀ ਗਈ ਹੈ। ਹੁਣੇ ਅਸੀਂ ਕੈਬਨਿਟ ਸਮਾਪਤ ਕੀਤੀ ਹੈ, ਇਸ ਲਈ ਤੁਹਾਡੇ ਰੂਬਰੂ ਹੋਇਆ। ਪੰਜਾਬ ਦੇ ਲਈ ਬੜਾ ਉਤਸ਼ਾਹ ਹੈ ਇਨਵੈਸਟਰਾਂ ਦਾ। ਉਹਦੇ ਲਈ ਇਨਵੈਸਟਮੈਂਟ ਸਮਿਟ ਵੀ ਅੱਜ ਲੁਧਿਆਣੇ ਦੇ ਵਿੱਚ ਹੈ। ਕੱਲ ਵੱਡੇ ਇੰਡਸਟਰੀਅਲਿਸਟਾਂ ਨਾਲ ਮੋਹਾਲੀ ਦੇ ਵਿੱਚ ਹੋਈ ਸੀ। ਮੈਂ ਪਹਿਲਾਂ ਕੈਬਨਿਟ ਦੀ ਮੀਟਿੰਗ ਬਾਰੇ ਗੱਲ ਕਰਾਂਗਾ ਕਿ ਅੱਜ ਪੰਜਾਬ ਸਰਕਾਰ, ਪੰਜਾਬ ਦੀ ਕੈਬਨਿਟ ਨੇ ਪਾਸ ਕੀਤਾ ਹੈ ਕਿ ਅਸੀਂ 8 ਤਰੀਕ ਨੂੰ, ਆਉਣ ਵਾਲੀ 8 ਨਵੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਜਾ ਰਹੇ ਹਾਂ। ਸਪੈਸ਼ਲ ਸੈਸ਼ਨ ਵਿਧਾਨ ਸਭਾ ਦਾ। ਉਹਦਾ ਮੇਨ ਮਕਸਦ ਹੈ ਕਿ ਜਿਹੜੇ ਖੇਤੀ ਦੇ ਕਾਲੇ ਕਾਨੂੰਨ ਕੇਂਦਰ ਸਰਕਾਰ ਨੇ ਬਣਾਏ, ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਮਿਲ ਕੇ ਹਮੇਸ਼ਾ ਮੰਗ ਕਰਦੀ ਆ ਰਹੀ ਕਿ ਇਹਨਾਂ ਨੂੰ ਰੱਦ ਕੀਤਾ ਜਾਵੇ। ਲੇਕਿਨ ਅਜੇ ਤੱਕ ਨਾ ਕੋਈ ਸਮਝੌਤੇ ਵੱਲ ਨੂੰ ਗੱਲ ਤੋਰੀ ਗਈ ਹੈ, ਸਮਝੌਤਾ ਕੀਤਾ ਗਿਆ, ਤੇ ਨਾ ਹੀ ਇਹ ਰੱਦ ਕੀਤੇ ਗਏ। ਸੋ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਛੇਤੀ ਨਿਪਟਾਰਾ ਕੀਤਾ ਜਾਵੇ, ਇਹਨਾਂ ਨੂੰ ਰੱਦ ਕੀਤਾ ਜਾਵੇ। ਨਹੀਂ ਤਾਂ ਅਸੀਂ 8 ਤਰੀਕ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹਨਾਂ ਨੂੰ ਰੱਦ ਕਰਾਂਗੇ। 8 ਤਰੀਕ ਤੱਕ ਸਾਡੀ ਮੰਗ ਹੈ ਕਿ ਇਹਨਾਂ ਨੂੰ ਰੱਦ ਕਰ ਦਿੱਤਾ ਜਾਵੇ। ਦੂਸਰਾ, BSF ਦੀ ਜਿਹੜੀ ਰੇਂਜ ਹੈ ਉਹ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤੀ ਗਈ। ਸਾਡੇ ਪੰਜਾਬ ਸਰਕਾਰ ਦਾ ਇਹ ਹੱਕ ਹੈ, ਕਨਸਟੀਟਿਊਸ਼ਨਲ ਰਾਈਟ ਹੈ ਕਿ ਪੰਜਾਬ ਦਾ ਲਾਅ ਐਂਡ ਆਰਡਰ ਮੌਜੂਦਾ ਪੰਜਾਬ ਸਰਕਾਰ ਦੇਖੇ। ਇਹ ਜਿਹੜਾ ਸਾਡਾ ਹੱਕ ਹੈ, ਇਹਨੂੰ ਅਨਨੈਸੈਸਰੀਲੀ ਵਿਦਆਊਟ ਕੰਸਲਟੇਸ਼ਨ ਵਿਦ ਦਾ ਪੰਜਾਬ ਗਵਰਨਮੈਂਟ, ਇਸ ਨੂੰ BSF ਦਾ ਦਾਇਰਾ 15 ਤੋਂ 50 ਕਰ ਦਿੱਤਾ ਗਿਆ ਹੈ, ਜਿਹੜਾ ਕਿ ਅਸੀਂ ਸਮਝਦੇ ਸਾਡੇ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਔਰ ਅਨਕਨਸਟੀਟਿਊਸ਼ਨਲ ਹੈ। ਵਿਧਾਨ ਔਰ ਕਾਨੂੰਨ ਦੇ ਉਲਟ ਹੈ। ਸੈਂਟਰ ਸਟੇਟ ਰਿਲੇਸ਼ਨਾਂ ਦੇ ਵਿੱਚ ਵਿਘਨ ਪਾਉਂਦਾ ਹੈ। ਫੈਡਰਲ ਸਿਸਟਮ ਜੋ ਸਾਡਾ ਹੈ ਉਸ ਦੀ ਭਾਵਨਾ ਦੇ, ਕਨਸਟੀਟਿਊਸ਼ਨ ਦੀ ਭਾਵਨਾ ਦੇ ਉਲਟ ਹੈ। ਇਸ ਕਰਕੇ ਅਸੀਂ ਸਾਰੀਆਂ ਪਾਰਟੀਆਂ ਦੀ ਇੱਕ ਜੁਆਇੰਟ ਮੀਟਿੰਗ ਬੁਲਾਈ ਸੀ, ਜਿਹਦੇ ਵਿੱਚ ਸਾਰੀਆਂ ਪਾਰਟੀਆਂ ਨੇ ਮਿਲ ਕੇ ਇਹ ਚਿੰਤਾ ਜ਼ਾਹਰ ਕੀਤੀ ਹੈ ਕਿ ਇਹ ਗਲਤ ਹੋਇਆ, ਨਹੀਂ ਹੋਣਾ ਚਾਹੀਦਾ। ਇਸ ਤੋਂ ਕੇਂਦਰ ਦੇ ਜਿਹੜੇ ਮਨਸੂਬੇ ਹੈ ਉਹ ਸਾਨੂੰ ਚੰਗੇ ਨਹੀਂ ਜਾਪ ਰਹੇ। ਇਸ ਲਈ ਇਹਦੇ ਬਾਰੇ ਵੀ ਇੱਕ ਸਪੈਸ਼ਲ ਸੈਸ਼ਨ ਅਸੀਂ ਵਿਧਾਨ ਸਭਾ ਦਾ 8 ਤਰੀਕ ਨੂੰ ਬੁਲਾਇਆ।
और असी मंग भी करते हैं कि 8 तरीक तो पहला ये जिहड़ी नोटिफिकेशन हुई है इसनूं वापस ले लिया जाए। अदरवाइज साडी मजबूरी होएगी कि ਅਸੀਂ ਇਹਨੂੰ ਰੱਦ ਕਰਾਂਗੇ। ਉਹਦੇ ਨਾਲ ਕਨਸਟੀਟਿਊਸ਼ਨਲ ਕ੍ਰਾइसिस ਆਉਣਗੇ, ਸੈਂਟਰ ਸਟੇਟ ਦੇ ਰਿਲੇਸ਼ਨ ਖਰਾਬ ਹੋਣਗੇ। ਇਸ ਤਰ੍ਹਾਂ ਦੀ ਗਤੀਵਿਧੀਆਂ 'ਚ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾ ਪਾਵੇ। ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ 8 ਤਰੀਕ ਤੱਕ ਨੋਟੀਫਿਕੇਸ਼ਨ ਵਾਪਸ ਲੈ ਲਿਆ ਜਾਵੇ, ਇਹਦਾ ਹੱਲ ਕੱਢਿਆ ਜਾਵੇ। ਕਿਸੇ ਤਰ੍ਹਾਂ ਵੀ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਪੋਲੀਟੀਕਲ ਪਾਰਟੀਜ਼ ਨੂੰ, ਪੰਜਾਬ ਸਰਕਾਰ ਨੂੰ ਇਹ ਜਿਹੜੀ ਨੋਟੀਫਿਕੇਸ਼ਨ ਕੀਤੀ ਹੈ, ਦਾਇਰਾ ਵਧਾਇਆ ਗਿਆ, ਉਹ ਸਾਨੂੰ ਮਨਜ਼ੂਰ ਨਹੀਂ ਹੈ। ਅਸੀਂ ਇਸ ਨੂੰ ਆਪਣੇ ਹੱਕਾਂ ਤੇ ਡਾਕਾ ਸਮਝਦੇ ਹਾਂ ਔਰ ਇੱਕ ਕਿਸਮ ਦਾ ਗਵਰਨਰੀ ਰਾਜ ਜਾਂ ਪ੍ਰੈਜ਼ੀਡੈਂਟ ਦਾ ਰੂਲ ਇਹ ਡਾਇਰੈਕਟ ਇੰਟਰਫੀਰੈਂਸ ਹੈ ਕੇਂਦਰ ਸਰਕਾਰ ਦੀ, ਜਿਹੜੀ ਕਿ ਅਸੀਂ ਹਰ ਤਰੀਕੇ ਦੇ ਨਾਲ ਰੱਦ ਕਰਦੇ ਹਾਂ ਤੇ ਆਉਣ ਵਾਲੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਵਿਚਾਰਨ ਵਾਸਤੇ ਅਸੀਂ ਸੈਸ਼ਨ ਸਪੈਸ਼ਲ ਤੌਰ ਤੇ ਬੁਲਾ ਲਿਆ। अगली हुण मैं तुहाडे नाल गल करनी है कि इंडस्ट्री ते व्यापारी इन्हां नूं जिहड़ियां राहतां दी जरूरत है तां कि साडा व्यापार पंजाब दे विच वधे फुल्ले, साडी इंडस्ट्री पंजाब दे विच वधे फुल्ले, उहदे बारे साडीआं लगातार कई मीटिंगां इंडस्ट्री ते व्यापारियां दे नाल होईआं। उस संबंध दे विच अज असीं कुछ राहतां मैं तुहानूं दस्सण जा रहा जिहड़ियां पंजाब सरकार इंडस्ट्री ते व्यापारियां नूं दे रही। सब तो जरूरी है कि दुकानदार जिहड़ा बाजार दे विच बैठा है उन्हां नूं एक चंगा माहौल सरकार वल्लों मिले। इस लई असीं इंस्पैक्टरी राज है जिहड़ा ਇਹ ਖਤਮ ਕਰਨਾ ਹੈ ਪੰਜਾਬ 'ਚ। ਐਸੀ ਇੱਕ ਚੰਗਾ ਮਾਹੌਲ ਦੁਕਾਨਦਾਰ ਨੂੰ ਦੇਣਾ ਹੈ। ਪੁਲਿਸ ਕਿਸੇ ਤਰ੍ਹਾਂ ਉਹਨਾਂ ਦੇ ਕੰਮ 'ਚ ਇੰਟਰਫੀਅਰ ਨਾ ਕਰੇ, ਟੈਕਸੇਸ਼ਨ ਵਾਲੇ ਅਨਨੈਸੈਸਰੀ ਤੰਗ ਨਾ ਕਰੇ, ਦੁਕਾਨਦਾਰਾਂ ਨੂੰ, ਵਪਾਰੀਆਂ ਨੂੰ ਕਿਸੇ ਤਰ੍ਹਾਂ ਵੀ ਸਰਕਾਰ ਦਾ ਕੋਈ ਅਨਨੈਸੈਸਰੀ ਦਬਾਅ ਨਾ ਹੋਵੇ, ਇਹ ਅਸੀਂ ਇਨਸ਼ੋਰ ਕਰਨਾ ਹੈ। ਉਹਦੇ ਵਾਸਤੇ ਅਸੀਂ ਹਦਾਇਤਾਂ ਜਾਰੀ ਕਰ ਦਿੱਤੀਆਂ। ਜਿਵੇਂ ਹੁਣ ਦੀਵਾਲੀ ਆਈ ਹੈ, दिवाली विच पुलिस वाले क्या करते हैं, पहला सारे दे पटाखे चका देंगे, शाम नूं लवा देंगे। ये सिस्टम नहीं है। कोई दुकानदार अपने बाहर पटाखे बेचना चाहता है, उन्होंने बेचण दो। पोल्यूशन के जेड़े तुसीं नॉर्म सैट कर दो। कोई खेल खिला बेचना चाहता है, उन्होंने बेचण दो। मैनूं पता है, मैं अपनी जिंदगी 'च देखिया है किस तरीके दे नाल जरूरत हुंदी है एक दुकानदार नूं दिवाली दे उपर। दिवाली दा मौका हुंदा 4 पैसे कमाउण दा दुकानदार नूं, उहदे विच असीं जे तंग करांगे तां किस तरह चलेगा। तुसीं मैं तुहानूं अपनी दसदा, जद मैं पढ़दा सी मेरे पिता जी दी टेंटां दी दुकान सी। मैं आप अपनी दुकान दे अगे, मेरे फादर है जिहड़े ओह कहंदे सी चंगा काम करन दे भी शर्म नहीं होनी चाहिए। मैं आप अपने दुकान के मूहरे मंजा ला के पटाखे बेचे, मेरा साल का खर्चा पढ़ाई का निकल गया। मैं आप अपनी दुकान के मूहरे खेल खीलां बेचियां, उहदे नाल दुकानदार नूं इनकम हुंदी। सो अज दुकानदार जे असीं सरकार विच है तां दुकानदार तंग नहीं होना चाहिए। मैं भी दुकानदार हां, इसलिए असीं इंस्पैक्टरी राज, पुलिस की इंटरफीरेंस, दुकानदार बाजारां दे विच व्यापारियां दे कामां दे विच फैक्ट्रियां दे विच बिल्कुल बंद करनी। कोई अननैसेसरीली किसी तरह की दिक्कत नहीं आएगी दुकानदारां नूं, ये असीं इंश्योर करते हैं। चंगे शहर, चंगे बाजार असीं करना चाहुंदे हां। उहदे वास्ते कुछ ऐलान असीं अज करन जा रहे हैं। एक तां इंस्टीट्यूशनल टैक्स लग्या होया 2011 तो, ये असी अज खत्म करन जा रहे हैं। अज असी कैबिनेट दे विच फैसला कर लिया कि इसनूं खत्म कर दिता जाएगा। एक FM साहब मेरे तो बाद इन्हां नूं सारिआं नूं दस्सणगे। एक
ਜਿਹੜੇ ਵੈਟ ਦੇ ਝਗੜੇ ਹੈ 16-17 ਦੇ 14-15 ਦੇ 15-16 ਦੇ ਬੜੇ ਪੈਂਡਿੰਗ ਪਏ ਹੈ। 48,000 ਬੰਦਾ ਵਪਾਰੀ ਨੂੰ ਹਰ ਮਹੀਨੇ ਬੁਲਾ ਲੈਂਦੇ ਹੈ, ਅਨਸੈਸਰੀ ਉੱਤੇ ਚੱਕਰ ਲਾ ਰਿਹਾ ਹੈ ਤੇ ਉਹ ਸਾਰੇ ਅਸੀਂ ਉਹਦੇ ਜੋ 40,000 ਹੈ ਜਿਹੜੇ ਉਹਨਾਂ ਨੂੰ ਇਸ ਤਰ੍ਹਾਂ ਛੱਡ ਰਹੇ ਕਿ ਅਸੀਂ ਇਹ ਝਗੜੇ ਹੀ ਖਤਮ ਕਰ ਦੇਣੇ, ਅਸੀਂ ਇਸ ਤੇ ਤੁਹਾਨੂੰ ਅੱਗੇ ਨੂੰ ਬੁਲਾਏਗਾ ਨਹੀਂ ਮੇਰਾ ਟੈਕਸੇਸ਼ਨ ਇੰਸਪੈਕਟਰ। ਸਾਰੇ ਵਪਾਰੀ ਉਸ ਚੋਂ ਅਸੀਂ ਕੱਢ ਰਹੇ। ਸਿਰਫ 8,000 ਵਪਾਰੀ ਹੈ ਜਿਨ੍ਹਾਂ ਕਨੀ ਲੱਖ ਰੁਪਏ ਤੋਂ ਜ਼ਿਆਦਾ ਬਕਾਏ ਹੈ, ਜਿਨ੍ਹਾਂ ਦਾ ਟੈਕਸ ਪੈ ਕੇ ਜ਼ਿਆਦਾ ਹੋ ਗਏ ਹੈ। ਉਹਨਾਂ ਨੂੰ ਵੀ ਅਸੀਂ ਕਹਿ ਰਹੇ ਹਾਂ ਵਨ ਟਾਈਮ ਸੈਟਲਮੈਂਟ ਕਰ ਲਓ, 30% ਪੈਸਾ ਉਹ ਜਿੰਨਾ ਉਹਦਾ ਬਣਦਾ ਉਹਦਾ ਜਮ੍ਹਾਂ ਕਰਾ ਦੇਣ, ਉਹ ਵੀ 2 ਕਿਸ਼ਤਾਂ 'ਚ 20%, 30% ਦਾ 20% ਤਾਂ ਸਾਨੂੰ ਉਹ ਇਸ ਸਾਲ 'ਚ ਦੇ ਦੇਣ ਫਾਈਨੈਂਸ਼ੀਅਲ ਈਅਰ 'ਚ, 80% ਅਗਲੇ 'ਚ ਦੇ ਦੇਣ। ਸੋ ਇੱਕ ਵੱਡੀ ਰਾਹਤ ਜਿਹੜੀ ਅਸੀਂ ਇਹ ਵੈਟ ਦੇ ਜਿਹੜੇ ਪੁਰਾਣੇ ਕੇਸ ਚਲੇ ਆ ਰਹੇ ਬੜੀਆਂ ਲੰਬੇ ਸਮੇਂ ਤੋਂ ਉਹਨਾਂ ਨੂੰ ਅਸੀਂ ਖਤਮ ਕਰ ਰਹੇ ਹਾਂ। ਇਸ ਤੋਂ ਇਲਾਵਾ ਅਸੀਂ ਲੈ ਕੇ ਆਵਾਂਗੇ ਵਨ ਟਾਈਮ ਸੈਟਲਮੈਂਟ। ਜਿਹੜੇ ਛੋਟੀਆਂ ਫੈਕਟਰੀਆਂ ਜਾਂ ਮੀਡੀਅਮ ਸਕੇਲ ਦੀਆਂ ਫੈਕਟਰੀਆਂ ਉਹਨਾਂ ਦੇ ਵਿੱਚ ਜਿਹੜੀ ਸਾਡੀ PSIDC, PFC, PAIC ਇਹਦੇ ਵਿੱਚ ਜਿਹੜੇ ਉਹਨਾਂ ਦੇ ਬਕਾਏ ਖੜੇ ਹੈ ਜਾਂ ਕੇਸ ਰੁਕੇ ਹੋਏ ਹੈ ਉਹਨਾਂ ਦੀ ਵਨ ਟਾਈਮ ਸੈਟਲਮੈਂਟ ਲੈ ਕੇ ਆਵਾਂਗੇ। ਇੱਕ ਅਸੀਂ ਜਿਹੜੇ ਪਲਾਟ ਹੋਲਡਰ ਹੈ ਉਹਨਾਂ ਵਾਸਤੇ ਇੱਕ ਸੈਟਲਮੈਂਟ ਸਕੀਮ ਲੈ ਕੇ ਆ ਰਹੇ। ਇੱਕ ਵੱਡਾ ਜਿਹੜਾ ਮਸਲਾ ਹੈ ਕਿ ਜਿਹੜੀ ਮੀਡੀਅਮ ਸਕੇਲ ਇੰਡਸਟਰੀ ਹੈ ਉਹਨਾਂ ਨੂੰ ਇੱਕ ਬਿਜਲੀ ਦੇ ਅਸੀਂ 5 ਰੁਪਏ ਕਿਹਾ ਸੀ ਲੇਕਿਨ ਫਿਕਸ ਚਾਰਜ ਲੱਗਦੇ, ਉਹਦੇ ਨਾਲ ਉਹਨਾਂ ਦਾ ਬਿੱਲ ਬੜਾ ਵੱਧ ਜਾਂਦਾ ਹੈ। ਉਹਨਾਂ ਦੀ ਬੜੀ ਡਿਮਾਂਡ ਹੈ ਕਿ ਛੋਟੀ ਇੰਡਸਟਰੀ ਜਾਂ ਜਿਹੜੀ ਵੱਡੀ ਇੰਡਸਟਰੀ ਉਹਦੇ ਵਿੱਚ ਛੱਡ ਕੇ ਜਿਹੜੀ ਮੀਡੀਅਮ ਹੈ ਜਿਹੜੇ ਕਿ ਜ਼ਿਆਦਾ ਹੈ ਉਹਨਾਂ ਨੂੰ ਦਿੱਕਤ ਆ ਰਹੀ, ਫਿਕਸ ਚਾਰਜ ਬਹੁਤ ਪੈ ਰਹੇ ਹੈ ਬਿਜਲੀ ਦੇ। ਉਹ ਅਸੀਂ ਅੱਜ 50% ਕਰ ਰਹੇ ਹਾਂ, ਉਹਨਾਂ ਨੂੰ ਰਿਆਇਤ ਦੇ ਰਹੇ ਹਾਂ 50% ਫਿਕਸ ਚਾਰਜ ਦੀ, ਜਿਹਦੇ ਨਾਲ ਉਹਨਾਂ ਨੂੰ ਵੱਡਾ ਫਾਇਦਾ ਹੋਏਗਾ। ਇੱਕ ਜਿਹੜੀਆਂ ਸਾਡੇ ਫੋਕਲ ਪੁਆਇੰਟ ਹੈ ਉਹਨਾਂ 'ਚ 147 ਕਰੋੜ ਰੁਪਈਆ ਉਹਨਾਂ ਦੀ ਡਿਵੈਲਪਮੈਂਟ ਵਾਸਤੇ ਲੱਗਣਾ ਹੈ, ਉਹ ਅੱਜ ਪੰਜਾਬ ਸਰਕਾਰ ਰਿਲੀਜ਼ ਕਰ ਰਹੀ ਹੈ। ਉੱਥੇ ਟੋਟਲ ਡਿਵੈਲਪਮੈਂਟ ਅਸੀਂ ਕਰਾ ਦੇਣੀ ਹੈ। ਇਸ ਤੋਂ ਇਲਾਵਾ CLU ਜਿੱਥੇ ਫੋਕਲ ਪੁਆਇੰਟ ਹੈ, ਇੰਡਸਟਰੀਅਲ ਸਟੇਟ ਹੈ, CLU ਦੀ ਕੋਈ ਲੋੜ ਨਹੀਂ। ਉਸ ਤੋਂ ਬਾਹਰ ਵੀ ਇੰਡਸਟਰੀ ਕਿਸੇ ਨੇ ਲਾਉਣੀ ਹੈ, ਅਸੀਂ ਉਹ CLU ਦੀ ਜਿਹੜਾ ਸਿਸਟਮ ਹੈ ਉਹਦੇ 'ਚ ਇੱਕ ਸਕੀਮ ਲਿਆ ਕੇ ਉਹਨੂੰ ਠੀਕ ਕਰ ਰਹੇ ਹਾਂ। ਇੰਡਸਟਰੀ ਜੇ ਕਿਸੇ ਨੇ ਲਗਾਣੀ ਹੈ ਤਾਂ ਕਾਨੂੰਨ ਇਹ ਹੈ ਕਿ ਜੀ 6 ਕਰਮ ਦਾ ਰਸਤਾ ਸਿਰੇ ਤੋਂ ਚੱਲਦਾ ਆ ਰਿਹਾ ਹੋਵੇ। ਉਹ ਸਿਰੇ ਤੇ ਚੱਲਦਾ ਆ ਨਹੀਂ ਰਿਹਾ ਹੁੰਦਾ, ਪਿੰਡ 'ਚ ਕਿਤੇ ਨੇ ਅੱਗੇ ਜਾ ਕੇ ਇੰਡਸਟਰੀ ਲਗਾਣੀ ਹੈ 6 ਕਰਮ ਦਾ ਰਸਤਾ ਕਿੱਥੇ ਦੇ ਬਣਾਵੇ। ਸੋ ਅਸੀਂ ਇਹ ਫੈਸਲਾ ਕੀਤਾ ਹੈ ਕਿ 4 ਕਰਮ ਦਾ ਹੋਵੇ, ਕਿਉਂਕਿ 4 ਕਰਮ ਦੇ ਰਸਤੇ ਬਹੁਤ ਹੈ, 24 ਫੁੱਟ ਦੇ 22 ਫੁੱਟ ਦੇ, ਤੇ ਜੇ ਜਿੱਥੇ ਉਹਨੇ ਇੰਡਸਟਰੀ ਲਗਾਣੀ ਉਹ ਉੱਥੇ ਆਪਣੇ ਅੱਗੇ 50 ਫੁੱਟ ਦਾ ਛੱਡ ਦੇਗਾ, ਜਿਵੇਂ ਜਿਵੇਂ ਇੰਡਸਟਰੀ ਲੱਗਦੀ ਜਾਏਗੀ ਉਸ ਤਰ੍ਹਾਂ 50 ਫੁੱਟ ਛੱਡ ਕਰੇਗਾ। ਇੱਕ ਅਸੀਂ ਅੱਜ ਅਨਾਉਂਸ ਕਰ ਰਹੇ ਹਾਂ ਕਿ ਐਗਜ਼ੀਬਿਸ਼ਨ ਸੈਂਟਰ ਇੱਕ ਅੰਮ੍ਰਿਤਸਰ ਦੇ ਵਿੱਚ ਬਣੇਗਾ, ਜਿਹਦੀ ਕਿ ਬੜੀ ਜ਼ਰੂਰਤ ਹੈ ਔਰ ਇੰਡਸਟਰੀ ਦੀ ਬਹੁਤ ਬੜੀ ਡਿਮਾਂਡ ਹੈ। ਇੱਕ ਚੰਡੀਗੜ੍ਹ ਦੇ ਨੇੜੇ ਅਸੀਂ ਫਿਲਮ ਸਿਟੀ ਬਣਾਉਣ ਜਾ ਰਹੇ ਹਾਂ, ਉਹਦੀ ਵੀ ਅੱਜ ਮੈਂ ਤੁਹਾਡੇ ਇੱਥੇ ਅਨਾਉਂਸਮੈਂਟ ਕਰ ਰਿਹਾ ਕਿ ਅਸੀਂ ਬੜੀ ਛੇਤੀ ਇੱਕ ਫਿਲਮ ਸਿਟੀ ਚੰਡੀਗੜ੍ਹ ਦੇ ਨੇੜੇ ਲੈ ਕੇ ਆ ਰਹੇ। ਇੱਕ ਬਹੁਤ ਬੜੀ ਡਿਮਾਂਡ ਹੈ ਕਿ ਪੱਟੀ ਮੱਖੂ ਰੇਲ ਲਿੰਕ ਹੈ ਜਿਹੜੀ ਉਹਨੂੰ ਅੱਗੇ ਵਧਾਇਆ ਜਾਵੇ। ਸੋ ਅਸੀਂ ਅੱਜ ਐਲਾਨ ਕਰ ਰਹੇ ਹਾਂ ਕਿ ਅਸੀਂ ਇਸ ਰੇਲਵੇ ਬਜਟ ਤੋਂ ਪਹਿਲਾਂ ਪੱਟੀ ਮੱਖੂ ਰੇਲਵੇ ਲਿੰਕ ਦੀ ਜਿਹੜੀ ਜ਼ਮੀਨ ਅਕਵਾਇਰ ਕਰਨੀ ਹੈ ਉਹ ਅਸੀਂ ਜ਼ਮੀਨ ਅਕਵਾਇਰ ਕਰਕੇ ਕੇਂਦਰ ਸਰਕਾਰ ਨੂੰ ਦੇ ਦਾਂਗੇ ਤਾਂ ਕਿ ਇਹ ਲਿੰਕ ਜੁੜ ਸਕੇ, ਜਿਹਦੇ ਨਾਲ ਸਾਡੇ ਪੂਰੇ ਦੇਸ਼ ਦੇ ਨਾਲ ਲਿੰਕ ਜੁੜਨਾ ਹੈ। ਜਿਹੜਾ ਇੱਥੇ ਖਸੂਸੀ ਤੌਰ ਤੇ ਕੈਬਨਿਟ ਮੀਟਿੰਗ ਰੱਖੀ ਗਈ ਕਿਉਂਕਿ ਲੁਧਿਆਣਾ ਮੈਨਚੈਸਟਰ ਹੈ ਪੰਜਾਬ ਦਾ, ਕਾਰੋਬਾਰ ਤੇ ਵਪਾਰ ਦੇ ਅਤਬਾਰ ਨਾਲ ਇਹਦੀ ਬੜੀ ਅਹਿਮੀਅਤ ਹੈ ਔਰ CM ਸਾਹਿਬ ਔਰ ਉਹਨਾਂ ਦੀ ਸਾਰੀ ਟੀਮ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚੱਲ ਸਕੇ, ਫੈਕਟਰੀਆਂ ਦੇ ਦਿਲ ਧੜਕਣ
ਔਰ ਜਿਹੜੀਆਂ ਪੰਜਾਬ ਦੇ ਵਿੱਚ ਚਿਮਨੀਆਂ ਉਦਾਸ ਹੋਈਆਂ ਪਈਆਂ, ਉਹਨਾਂ ਉਦਾਸ ਚਿਮਨੀਆਂ 'ਚੋਂ ਇੱਕ ਵਾਰੀ ਫੇਰ ਧੂੰਆਂ ਨਿਕਲੇ। ਤੇ ਉਹਦੇ ਵਾਸਤੇ ਜਿਹੜੀਆਂ ਕੰਸੈਸ਼ਨਸ ਅੱਜ ਖਾਸ ਕਰਕੇ ਕਾਰੋਬਾਰ ਤੇ ਵਪਾਰ ਦੇ ਇਤਬਾਰ ਨਾਲ, ਔਰ ਜਿਹੜਾ ਵੈਟ ਦਾ ਨਿਜ਼ਾਮ ਅੱਜ ਤੋਂ ਤਕਰੀਬਨ 4.5 ਸਾਲ ਪਹਿਲਾਂ ਖਤਮ ਹੋ ਚੁੱਕਿਆ ਸੀ, ਉਹ ਸਾਰੇ ਝਗੜੇ 48,000 ਟੈਕਸ ਪੇਅਰਸ ਨੂੰ ਰਾਹਤ ਦੇ ਕੇ, ਔਰ ਜਿਹੜੀ ਇੱਕ ਫੌਜ 48,000 ਬੰਦੇ ਨਾਲ ਟੈਕਸ ਪੇਅਰ ਨਾਲ ਡੀਲ ਕਰਦੀ ਹੈ, ਉਹ ਫੌਜ ਨੂੰ ਕਿਸੇ ਪਾਸੇ ਹੋਰ ਡਿਪਲੋਏ ਕੀਤਾ ਜਾਵੇ। ਇਹ ਟ੍ਰੇਡ ਤੇ ਇੰਡਸਟਰੀ ਦੀ ਬੜੀ ਵੱਡੀ ਡਿਮਾਂਡ ਲਮਕਦੀ ਆ ਰਹੀ ਸੀ। ਔਰ ਇਹਦੇ ਨਾਲ ਲਿਟੀਗੇਸ਼ਨ, ਔਰ ਲਿਟੀਗੇਸ਼ਨ ਕੱਲੀ ਟੈਕਸ ਡਿਪਾਰਟਮੈਂਟ 'ਚ ਨਹੀਂ, ਕੋਸ਼ਿਸ਼ ਹੈ ਕਿ ਪੰਜਾਬ ਸਰਕਾਰ ਦੀ ਜਿੱਥੇ ਵੀ ਲਿਟੀਗੇਸ਼ਨ ਹੈ ਉਹਨੂੰ ਘੱਟ ਤੋਂ ਘੱਟ ਕੀਤਾ ਜਾਵੇ। ਇਹਦੇ ਨਾਲ ਇਹ ਵੀ ਫੈਸਲਾ ਅੱਜ ਕੈਬਨਿਟ ਨੇ ਕੀਤਾ ਹੈ ਕਿ ਅੱਜ ਤੋਂ ਬਾਅਦ ਟੈਕਸ ਪੇਅਰ ਜਦੋਂ ਕੋਈ ਟੈਕਸ ਦਫ਼ਤਰ 'ਚ ਜਿਹੜੇ ਜਾਂਦੇ ਸੀਗੇ, ਉਹਨਾਂ ਨੂੰ ਤਲਬ ਕੀਤਾ ਜਾਂਦਾ ਸੀ, ਕਈ ਵਾਰੀ ਉਹ ਉਹਨੂੰ ਆਪਣੇ ਹਰੈਸਮੈਂਟ ਮਹਿਸੂਸ ਕਰਦੇ ਸੀ। ਅੱਜ ਤੋਂ ਬਾਅਦ ਪੰਜਾਬ ਸਰਕਾਰ ਦਾ ਜਿਹੜਾ ਟੈਕਸ ਡਿਪਾਰਟਮੈਂਟ ਹੈ ਉਹ ਟੋਟਲੀ ਫੇਸਲੈਸ ਹੋ ਜਾਏਗਾ। ਕਿਸੇ ਵਪਾਰੀ ਨੂੰ ਕਿਸੇ ਅਫਸਰ ਦੇ ਸਾਹਮਣੇ ਪੇਸ਼ ਨਹੀਂ ਹੋਣਾ ਪਏਗਾ। ਤੀਸਰਾ ਇਹ ਵੀ ਫੈਸਲਾ ਕੀਤਾ ਕਿ ਜਿਹੜੇ ਮੋਬਾਈਲ ਸਕਾਡਸ ਹੈਗੇ, ਜਿਹੜੇ ਕਿ ਪੰਜਾਬ ਦੇ ਵਿੱਚ 13 ਮੋਬਾਈਲ ਸਕਾਡਸ, ਔਰ ਉਹਨਾਂ ਦੀਆਂ ਵੀ ਸਾਨੂੰ ਕਾਫੀ ਅਰਸੇ ਤੋਂ ਸ਼ਿਕਾਇਤਾਂ ਆ ਰਹੀਆਂ ਕਿ ਇਹ ਇੱਕ ਹਰੈਸਮੈਂਟ ਦਾ ਜ਼ਰੀਆ ਬਣ ਗਿਆ। ਅੱਜ ਕੈਬਨਿਟ ਨੇ ਇਹ ਫੈਸਲਾ ਕੀਤਾ ਕਿ ਇਹ 13 ਤੋਂ ਉਹਨਾਂ ਦੀ ਜਿਹੜਾ ਤਾਦਾਦ ਹੈ ਸਿਰਫ 4 ਇਹਦੇ 'ਚ ਕਰ ਦਿੱਤੀ ਜਾਵੇਗੀ। ਔਰ ਇਹ ਟੋਟਲ ਜਿਹੜਾ ਟੈਕਸ ਜਿਹੜਾ ਸਿਸਟਮ ਹੈ ਇਹ ਸੈਲਫ ਪੁਲਿਸਿੰਗ ਹੋਏਗਾ। ਇਹਦੇ 'ਚ ਸਰਕਾਰ ਦੀ ਪੁਲਿਸਿੰਗ ਜਾਂ ਸਰਕਾਰ ਦੀ ਹਰੈਸਮੈਂਟ, ਔਰ ਇਹਦੇ ਨਾਲ ਕਾਰੋਬਾਰ ਤੇ ਜਿਹੜਾ ਵਪਾਰ ਹੈ ਇਹ ਖੁੱਲ੍ਹ ਕੇ ਆਪਣਾ ਕਾਰੋਬਾਰ ਕਰ ਸਕਣ। ਔਰ ਮੈਂ ਹਮੇਸ਼ਾ ਇੱਕ ਗੱਲ ਕਹੀ, ਅੱਜ ਫੇਰ ਕਹਿਣਾ, ਜੇ ਵਪਾਰ ਹੈ ਤਾਂ ਸਰਕਾਰ ਹੈ, ਜੇ ਵਪਾਰ ਨਹੀਂ ਹੋਏਗੀ ਤਾਂ ਸਰਕਾਰ ਵੀ ਨਹੀਂ ਹੋਏਗੀ। ਔਰ ਇੰਡਸਟਰੀਅਲ ਸਮਿਟ ਜਿਹੜੀ ਪੰਜਾਬ ਦੀ ਹੋਈ ਹੈ, ਪਿਛਲੇ 4.5 ਪੌਣੇ 5 ਸਾਲਾਂ 'ਚ ਪੰਜਾਬ ਦੇ ਵਿੱਚ ਸਬਸਟੈਂਸ਼ੀਅਲ ਜਿਹੜੀ ਇਨਵੈਸਟਮੈਂਟ ਜਿਹੜੀਆਂ ਉਹ ਪੰਜਾਬ 'ਚ ਆਈਆਂ। ਅਸੀਂ ਆਸਮੰਦ ਹੈ ਕਿ ਪੰਜਾਬ ਜਿਹੜਾ ਹੈ ਇਹ ਆਪਣੇ ਪੈਰਾਂ ਤੇ ਖੜਾ ਹੋਊਗਾ। ਸਾਡੇ ਜਿਹੜੇ ਬੱਚੇ ਹੈ ਇੱਜ਼ਤ ਦੀ ਰੋਟੀ ਖਾ ਸਕਣਗੇ, ਪੰਜਾਬੀ ਜਿਹੜਾ ਹੈ ਉਹ ਖੁਸ਼ਹਾਲ ਜ਼ਿੰਦਗੀ ਬਸਰ ਕਰ ਸਕੂਗਾ। ਔਰ ਪੰਜਾਬ ਦੇ ਲੋਕਾਂ ਨਾਲ ਇਹ ਵਚਨਬੱਧਤਾ ਹੈ ਕਿ ਇਹ ਜਿਹੜੇ ਸੀਐਮ ਸਾਹਿਬ ਨੇ ਅੱਜ 11 ਨੁਕਾਤੀ ਜਿਹੜੇ ਅੱਜ ਟ੍ਰੇਡ ਤੇ ਇੰਡਸਟਰੀ, ਔਰ ਖਾਸ ਕਰਕੇ ਜਿਹੜੀ PSIEC, ਇਹਨਾਂ ਦੇ ਪਲਾਟ ਹੋਲਡਰ ਦੇ ਇਨਹਾਂਸਮੈਂਟ ਆ ਜਾਂਦੀ ਸੀ, PSIDC ਦੀ ਲੈਗੇਸੀ ਕੇਸਿਸ ਹੈ, ਇਹ ਸਾਰਾ ਵਿਆਜ ਪੈਨਲਟੀਆਂ ਕਰਕੇ, ਔਰ ਅਸੀਂ ਖਤਮ ਕਰਨਾ, ਅਸੀਂ ਪੰਜਾਬ ਸਰਕਾਰ ਲਿਟੀਗੇਸ਼ਨ ਤੋਂ ਨਿਕਲਣਾ ਚਾਹੁੰਦੀ ਹੈ। ਕਿਸੇ ਆਪਣੇ ਸ਼ਹਿਰੀ ਨਾਲ ਅਸੀਂ ਕਿਸੇ ਵਾਦ ਵਿਵਾਦ 'ਚ ਨਹੀਂ ਪੈਣਾ ਚਾਹੁੰਦੇ। ਲੋਕ ਦਿਲ ਖੋਲ ਕੇ ਆਪਣਾ ਕਾਰੋਬਾਰ ਕਰਨ, ਇਸ ਮਕਸਦ ਨਾਲ ਅੱਜ ਦੀ ਇਹ ਮੀਟਿੰਗ ਰੱਖੀ ਗਈ ਸੀ। ਬਹੁਤ ਬਹੁਤ ਧੰਨਵਾਦ ਸੀ। BSF ਦੀਆਂ ਚੌਂਕੀਆਂ ਸਾਡੇ ਵਿੱਚ ਬਣ ਗਈਆਂ, ਮਤਲਬ ਕੀ ਹੈ, ਕਾਹਦੇ ਵਾਸਤੇ? ਸਾਡੀ ਪੰਜਾਬ ਪੁਲਿਸ ਜੇ ਏਕਤਾ ਔਰ ਅਖੰਡਤਾ ਲਈ ਮਰ ਸਕਦੀ ਹੈ, ਮਿਟ ਸਕਦੀ ਹੈ, ਤਾਂ ਹਰ ਤਰ੍ਹਾਂ ਦੇ ਖਤਰੇ ਨੂੰ ਸਹਿਣ ਕਰਨ ਵਾਸਤੇ ਤਿਆਰ ਹੈ। ਜਿਹੜਾ ਲਾਅ ਐਂਡ ਆਰਡਰ ਹੈ ਇਹ ਸਟੇਟ ਸਬਜੈਕਟ ਹੈ, ਐਸੀ ਕਰਨਾ ਹੈ। ਫਿਰ ਉਹ ਆ ਕੇ ਕਿਉਂ ਕਰਨ, ਕਿਉਂ ਆਪਣੇ ਇੱਥੇ ਚੌਂਕੀਆਂ ਵੰਡ ਕਿਉਂ ਕੰਮ ਕਰਨ? ਇਸ ਕਰਕੇ ਬਿਲਕੁਲ ਗਲਤ ਹੈ। ਐਸੀ ਇੱਥੇ ਕੋਈ ਗਵਰਨਰ ਨੂੰ ਇੱਥੇ ਥੋੜ੍ਹਾ ਕਰੇ, ਡੈਮੋਕ੍ਰੈਟਿਕ ਸਿਸਟਮ ਹੈ ਇੱਕ ਸਾਡਾ। ਨਹੀਂ, ਇਹ ਤਾਂ ਇਹ ਇੱਕ ਤਰਫਾ ਡਿਸੀਜਨ ਹੈ, ਸਾਤੋਂ ਕਿਹੜੇ ਕਿਸੇ ਨੇ ਕੰਸੈਂਟ ਲਈ ਹੈ। ਨਹੀਂ, ਬਿਲਕੁਲ ਨਹੀਂ ਦਿੱਤੀ। ਮੈਂ ਸਿਰਫ ਦੋ ਚਿੱਠੀਆਂ ਦਿੱਤੀਆਂ, ਜੇ ਕੋਈ ਕਹਿੰਦਾ ਤਾਂ ਦਿਖਾ ਦੇਵੇ। ਇੱਕ ਦਿੱਤੀ ਹੈ ਕਿ ਖੇਤੀ ਕਾਨੂੰਨ ਖਤਮ ਕੀਤੇ ਜਾਣ, ਦੂਸਰਾ ਦਿੱਤੀ ਹੈ ਕਿ ਜਿਹੜਾ ਸਾਡਾ ਕੋਰੀਡੋਰ ਹੈ ਉਹ ਖੋਲਿਆ ਜਾਵੇ। ਜੇ ਕੋਈ ਡਰੋਨ ਆ ਰਿਹਾ ਹੈ 15 ਕਿਲੋਮੀਟਰ ਬਹੁਤ ਹੁੰਦੇ ਉਹਨੂੰ ਰੋਕਣ ਵਾਸਤੇ। ਸੁਣੋ ਇੱਕ ਮਿੰਟ, ਇਹਨਾਂ ਦੀ ਮੈਂ ਗੱਲ ਦਾ ਜਵਾਬ ਦੇ ਦਾਂ। ਜੇ ਕੋਈ ਡਰੋਨ ਆਉਂਦਾ ਹੈ ਤਾਂ 15 ਕਿਲੋਮੀਟਰ 'ਚ ਰੋਕ ਲੈਣ। 15 ਕਿਲੋਮੀਟਰ ਤੇ ਜ਼ਿਆਦਾ ਡਰੋਨ ਦੀ ਰੇਂਜ ਹੀ ਨਹੀਂ ਹੈ। ਜੇ ਜ਼ਿਆਦਾ ਹੈ ਵੀ ਤਾਂ ਇੱਧਰ ਪੰਜਾਬ ਪੁਲਿਸ ਹੈਗੀ ਹੈ, ਜੇ ਚੇਜ਼ ਕਰਦੇ ਆਗੇ ਅਸੀਂ ਰੋਕਦੇ ਨਹੀਂ ਹੈ। ਅਨਨੈਸੈਸਰੀ ਗੱਲ ਹੈ ਇਹ। ਜਿਹੜਾ ਪ੍ਰੋਟੈਸਟ ਸਟੇਟ ਬਣਦਾ ਜਾ ਰਿਹਾ, ਟੈਗ ਲੱਗਦਾ ਜਾ ਰਿਹਾ ਕਿ ਬੰਦਾ ਕੋਈ ਘਰੋਂ ਨਿਕਲਦਾ ਪਤਾ ਲੱਗੇ ਕਿਹੜਾ ਰਸਤਾ ਜਾਮ ਹੈ, ਕਿਸ ਨਹੀਂ, ਹਰ ਪਾਸੇ ਤੁਸੀਂ ਵੀ ਕਈ ਵਾਰ ਖੁਦ ਮਿਲੇ ਹੋ, ਖਰੜ 'ਚ ਵੀ ਜਿੱਦਾਂ ਕੱਲ ਲੱਗਿਆ ਜਾਂ ਬਾਹਰ ਸੁਣਦੇ ਨੇ ਖਬਰਾਂ, ਉਹਦੇ ਲਈ ਕੀ ਇੱਦਾਂ ਹੈ ਕਿ ਇਹ ਇਲੈਕਸ਼ਨ ਈਅਰ ਹੈ, ਬੜੀ ਛੇਤੀ ਇਲੈਕਸ਼ਨ ਹੈ। ਹਰ ਕੋਈ
ये प्रवृत्ति बन गई है कि जी कोई ना कोई प्रोटेस्ट करके कुछ ना कुछ लेने की कोशिश करो। ये कोई फर्स्ट टाइम नहीं है, ये हर इलैक्शन तो पहला होंदा है। और मैं ਜਿਹੜੇ प्रोटेस्ट करने वाले भी है उन्होंने भी कहना कई तो जमा ही सिर पैर नहीं होंदा डिमांड का, लेकिन धरना बैठ दिंदे। ਪੰਜਾਬ ਦਾ ਜਿਹੜਾ ਸਵਾਲ ਹੈ ਕਿ ਰਾਈਟ ਟੂ ਬਿਜ਼ਨਸ ਐਕਟ ਬਣਾਇਆ ਸੀ ਇਹਦੇ ਰਿਲੇਟਡ ਕਿ ਜਿਹੜੀ ਇੰਡਸਟਰੀ ਆਊਗੀ 3.5 ਸਾਲ ਉਹਨੂੰ ਕੋਈ ਵੀ ਉਹਦੀ ਲੋੜ ਨਹੀਂ ਹੈ ਪ੍ਰੋਵੀਜ਼ਨ ਦੀ। 7 ਡਿਪਾਰਟਮੈਂਟ ਲੱਗਦੇ ਆ ਤੇ ਡੀਸੀ ਸਾਹਿਬ ਨੂੰ ਸਰਟੀਫਿਕੇਟ ਜਾਰੀ ਕਰਦੇ ਆ, ਪਰ ਜਦੋਂ ਇੰਡਸਟਰੀ ਜਾਂਦਾ ਬੈਂਕ ਦੇ ਵਿੱਚ ਪ੍ਰੋਜੈਕਟ ਕੋਡ ਲੈ ਕੇ ਉਹ ਨਾ ਡੀਸੀ ਦੇ ਸਰਟੀਫਿਕੇਟ ਨੂੰ ਮੰਨਦੇ ਨਾ ਸਰਕਾਰ ਦੇ ਫੈਸਲੇ ਨੂੰ। ਇੰਡਸਟਰੀ ਦਾ ਇਹ ਕਹਿਣਾ ਕਿ ਜੇ ਪੰਜਾਬ ਸਰਕਾਰ ਹੀ 2 ਬੈਂਕਾਂ ਨਾਲ ਟਾਈ ਅਪ ਕਰ ਲੇ ਕਿ ਰੀਜਨਲ ਕੋਈ ਪਾਲਿਸੀ ਬਣਾਵੇ, ਕਿਉਂਕਿ ਉਹਨੂੰ ਮੰਨਦੇ ਨਹੀਂ ਸਰਟੀਫਿਕੇਟ ਵੀ ਸੀਐਲ ਵੀ ਮੰਗਦੇ। ਬੜਾ ਤੁਸੀਂ ਇਨ ਡੈਪਥ ਸਟੱਡੀ ਕਰਕੇ ਅੱਛਾ ਸਵਾਲ ਕੀਤਾ। ਤੁਹਾਡੀ ਅਸੀਂ ਜਿਹੜੀ ਵਿਊ ਹੈ ਇਹਨੂੰ ਜ਼ਰੂਰ ਲਾਗੂ ਕਰਦਾ। ਦੇਖੋ ਮੈਂ ਇੱਕ ਗੱਲ ਹੋਰ ਰਹਿ ਗਈ ਹੈ ਦੱਸਣ ਵਾਸਤੇ। ਪੈਰਲਲੀ ਅਸੀਂ ਤਿਆਰੀ ਕਰ ਲਈ ਹੈ ਜਿਹੜਾ ਇਹ BSF ਦਾ ਮਸਲਾ ਹੈ, ਜੇ ਇਹ ਕੇਂਦਰ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਵਿਧਾਨ ਸਭਾ ਵੀ ਲੈ ਕੇ ਆ ਰਹੇ ਹਾਂ, ਨਾਲ ਅਸੀਂ ਸੁਪਰੀਮ ਕੋਰਟ 'ਚ ਵੀ ਜਾਵਾਂਗੇ ਆਫਟਰ ਵਿਧਾਨ ਸਭਾ। ਔਰ ਇੱਕ ਐਡਵੋਕੇਟ ਅਸੀਂ ਟਾਈਮ ਦੇ ਰਹੇ ਹਾਂ ਵਿਧਾਨ ਸਭਾ ਤੱਕ ਕੇਂਦਰ ਸਰਕਾਰ ਨੂੰ, ਜੇ ਉਹ ਨਹੀਂ ਇਹਨੂੰ ਗੱਲ ਨੂੰ ਮੰਨਦੇ ਤਾਂ ਅਸੀਂ ਜ਼ਰੂਰ ਅਸੀਂ ਕਾਨੂੰਨ ਦੇ ਮੁਤਾਬਕ ਸੁਪਰੀਮ ਕੋਰਟ ਜਾਵਾਂਗੇ। अच्छा मेरा ख्याल है काफी हो गया। उधरो सर मेरी तकसीम का क्या था ना 15 साल हो गए मैं तो पैसा मांगता मजूक तक इतने का किसी ने भी कहा तो फना दो सारे मैं मानू तो तैयार चंडीगढ़ छोटे रखा हुआ सारा सुने अज आया साडा लुधियाना 5 लाख रुपया और तो मुख्यमंत्री बनते मेरा लिखा आई एम लेफ्टिनेंट जब मैं छोटा बंदा नहीं है महाराणा में मेरी क्यों नहीं सुनती कैप्टन बादल होने मेरे रिश्तेदार में छट के ए बंदा दोस्त है मेरे गराड़ी असी साथ दिता था अजी दफ्तर ही ना मैं समझो ए गांव ਨੂੰ ਬਣੂ ਨਾ ਕਾਂਗਰਸ ਦੇ ਸਾਡੇ ਨਾਲ ਮੇਰੇ ਦਾ ਧੱਕਾ ਹੋਇਆ ਕਾਂਗਰਸ ਦਾ ਲੋਈ ਖਤਮ ਹੋ ਜੂ ਤੇ ਸਰਦਾਰਾਂ ਨੂੰ हेलो राजा नहीं आता मेरी ना सुनी तो जब मेरी मर गया तो कांग्रेस का झंडा खड़ा उन्हें तो कांग्रेस का झंडा खड़ा नहीं होना लुधियाना तो है तो सानू नहीं चाहिए परेशान कितने